ਸੁਰ ਨਰ ਦਾਦੇ ਲਾਗੀ ਆਗ, ਨਿਕਟ ਨੀਰ ਪਸ ਪੀਵਸ ਨਾ ਚਾਗ। ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਸੁਰ ਨਰ ਦਾਦੇ ਲਾਗੀ ਆ ਕੇ ਇੱਕ ਐਸੀ ਡੌਂ ਅਗਨੀ ਲੱਗੀ ਹੋਈ ਹੈ, ਉਹ ਹੈ ਤ੍ਰਿਸ਼ਨਾ ਦੀ। ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਥਵਾ ਜਿਹੜੀ ਵਿਸ਼ਿਆਂ ਦੀ ਵਾਸ਼ਨਾ ਹੈ ਇਹ ਵੀ ਇੱਕ ਡੌਂ ਅਗਨੀ ਵਾਂਗੂ ਲੱਗੀ ਹੋਈ ਹੈ। ਸੁਰ ਨਰ ਦਾਦੇ ਇਸ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਨੇ, ਨਸ਼ਿਆਂ ਵਿਸ਼ਿਆਂ ਦੀ ਵਾਸ਼ਨਾ ਰੂਪੀ ਅੱਗ ਨੇ ਕੀ ਦੇਵਤੇ ਕੀ ਮਨੁੱਖ ਸਾਰੇ ਹੀ ਸਾੜ ਦਿੱਤੇ ਹਨ। ਨਿਕਟ ਨੀਰ, ਪਰ ਭਗਤ ਜੀ ਕਹਿੰਦੇ ਨੇ ਇੱਥੇ ਨੇੜੇ ਇੱਕ ਅੰਮ੍ਰਿਤ ਦਾ ਚਸ਼ਮਾ ਵੀ ਹੈ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਪਾਣੀ ਵੀ ਨੇੜੇ ਹੈ, ਇਹ ਆਬੇ ਹਯਾਤ ਦਾ ਚਸ਼ਮਾ ਵੀ ਤੇਰੇ ਨੇੜੇ ਹੈ। ਬਸ ਪੀਵਸ ਨਾ ਝਾਗ, ਪਰ ਇਹ ਮਨੁੱਖ ਐਸਾ ਪਸ਼ੂ ਹੈ, ਐਸਾ ਨਾਦਾਨ ਹੈ, ਇਹ ਉਸ ਅੱਗ ਨੂੰ ਝਾਗ ਲੰਘ ਕੇ ਤੇ ਉਸ ਪਾਣੀ ਤੱਕ ਜਾਂਦਾ ਹੀ ਨਹੀਂ। ਇਹ ਕਾਮ ਦੀ ਅੱਗ ਵਿੱਚ ਹੀ ਸੜਦਾ ਰਹਿੰਦਾ, ਰਾਮ ਤੱਕ ਨਹੀਂ ਜਾ ਸਕਦਾ। ਇਹ ਵਿਸ਼ਿਆਂ ਦੀ ਅੱਗ ਵਿੱਚ ਹੀ ਸੜਦਾ ਰਹਿ ਜਾਂਦਾ ਹੈ, ਉਸ ਨਾਮ ਦੇ ਅੰਮ੍ਰਿਤ ਦੇ ਝਰਨੇ ਦੇ ਕੋਲ ਨਹੀਂ ਜਾ ਸਕਦਾ। ਇਹ ਮਨੁੱਖ ਦੀ ਐਸੀ ਆਪਣੀ ਅਲਪਗਤਾ ਹੈ, ਆਪਣੀ ਐਸੀ ਬੇਵਕੂਫੀ ਹੈ। ਇਸੇ ਲਈ ਭਗਤ ਜੀ ਇਸ ਮਨੁੱਖ ਨੂੰ ਪਸ ਕਹਿੰਦੇ ਨੇ, ਪਸ਼ੂ। ਨਿਕਟ ਨੀਰ ਪਸ ਪੀਵਸ ਨਾ ਝਾਗ, ਵੀ ਉਹ ਅੰਮ੍ਰਿਤ ਦਾ ਸੋਮਾ ਕੋਲੇ ਹੀ ਹੈ। ਕਬੀਰ ਭਗਤ ਜੀ ਦੇ ਬੜੇ ਸੁੰਦਰ ਬਚਨ ਨੇ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈਂ ਪਾਇਓ, ਤੂੰ ਭਰ ਭਰ ਪੀਓ ਕਬੀਰ। ਵੀ ਇੱਕ ਐਸਾ ਸਰੋਵਰ ਹੈ ਜਿਹੜਾ ਐ ਨੱਕੋ ਨੱਕ ਆਬੇ ਹਯਾਤ ਨਾਲ ਭਰਿਆ ਹੋਇਆ ਹੈ, ਪਰ ਉੱਥੇ ਜਾ ਕੇ ਕੋਈ ਪਾਣੀ ਪੀਂਦਾ ਹੀ ਨਹੀਂ, ਉਸ ਅੰਮ੍ਰਿਤ ਨੂੰ ਛਕਦਾ ਹੀ ਨਹੀਂ। ਪਰ ਕਹਿੰਦੇ ਨੇ ਐ ਕਬੀਰ ਤੈਨੂੰ ਤੇ ਉਹ ਅੰਮ੍ਰਿਤ ਦਾ ਸਰੋਵਰ ਲੱਭ ਗਿਆ ਹੈ, ਤੈਨੂੰ ਤੇ ਆਬ ਹਯਾਤ ਦਾ ਚਸ਼ਮਾ ਲੱਭ ਗਿਆ ਹੈ, ਤੂੰ ਤੇ ਪਿਆਲੇ ਭਰ ਭਰ ਕੇ ਛਕ ਨਾ। ਪਰ ਆਮ ਜਿਹੜਾ ਮਨੁੱਖ ਹੈ ਉਹ ਨਸ਼ਿਆਂ ਵਿਸ਼ਿਆਂ ਦੀ ਅੱਗ ਵਿੱਚ ਸੜ ਰਿਹਾ ਹੈ। ਨੇੜੇ ਹੀ ਪਾਣੀ ਹੈ, ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਸੋਮਾ ਹੈ, ਪਰ ਇਹ ਪਸ਼ੂ ਉਹਨਾਂ ਵਿਸ਼ਿਆਂ ਦੀ ਅੱਗ ਨੂੰ ਲੰਘ ਕੇ ਉੱਥੇ ਤੱਕ ਜਾਂਦਾ ਨਹੀਂ ਹੈ ਤੇ ਉਸ ਅੰਮ੍ਰਿਤ ਜਲ ਨੂੰ ਪੀਂਦਾ ਹੀ ਨਹੀਂ ਹੈ। ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਤੇ ਮਹਾਰਾਜ ਉਹ ਜਿਹੜਾ ਤੁਸੀਂ ਕਹਿੰਦੇ ਨਿਕਟ ਨੀਰ ਵੀ ਪਾਣੀ ਨੇੜੇ ਹੀ ਹੈ, ਉਹ ਪਾਣੀ ਪ੍ਰਗਟ ਕਿਵੇਂ ਹੁੰਦਾ? ਤਾਂ ਭਗਤ ਜੀ ਕਹਿੰਦੇ ਨੇ ਚੇਤਤ ਚੇਤਤ ਨਿਕਸਿਓ ਨੀਰ। ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਚਿੰਤਨ ਕੀਤਾ। ਚਿੰਤਨ ਕਰਦਿਆਂ ਕਰਦਿਆਂ ਬਾਰ ਬਾਰ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਤੇ ਫਿਰ ਇੱਕ ਅੰਦਰੋਂ ਅੰਮ੍ਰਿਤ ਦਾ ਝਰਨਾ ਫੁੱਟ ਪਿਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਹਜ਼ੂਰ ਕਹਿੰਦੇ ਨੇ ਵੀ ਅਸੀਂ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਉਹ ਅੰਮ੍ਰਿਤ ਦਾ ਝਰਨਾ ਲੱਭਿਆ ਹੈ। ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਪਾਣੀ ਦਾ ਚਸ਼ਮਾ ਫੁੱਟਿਆ ਹੈ। ਸੋ ਜਲ ਨਿਰਮਲ। ਭਗਤ ਜੀ ਕਹਿੰਦੇ ਉਹ ਬਹੁਤ ਪਵਿੱਤਰ ਜਲ ਹੈ, ਜੋ ਜਨਮਾਂ ਜਨਮਾਂ ਦੀ ਸਾਡੀ ਪਾਪਾਂ ਦੀ ਮੈਲ ਨੂੰ ਧੋ ਦਿੰਦਾ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਵੈ ਕੈ ਰੰਗ। ਤੇ ਨਾਲ ਹੀ ਜਿਹੜੀ ਵਿਸ਼ੇ ਵਿਕਾਰਾਂ ਦੀ ਤਪਸ਼ ਹੈ ਉਹਨੂੰ ਵੀ ਸ਼ਾਂਤ ਕਰ ਦਿੰਦਾ। ਸੋ ਜਲ ਨਿਰਮਲ ਕਥਿਤ ਕਬੀਰ। ਭਗਤ ਕਬੀਰ ਜੀ ਕਹਿੰਦੇ ਨੇ ਵੀ ਅਸੀਂ ਤੇ ਉਸ ਅੰਮ੍ਰਿਤ ਜਲ ਦੀ ਹੀ ਕਥਿਤ ਵਿਆਖਿਆ ਕਰ ਕਰਕੇ ਲੋਕਾਂ ਨੂੰ ਸਮਝਾ ਰਹੇ ਹਾਂ ਵੀ ਗੁਰਮੁਖੋ ਤੁਸੀਂ ਇਸ ਅੱਗ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਅੰਮ੍ਰਿਤ ਦੇ ਝਰਨੇ ਦੇ ਕੋਲ ਚਲੇ ਜਾਓ। ਜ਼ਹਿਰ ਖਾਣਾ ਛੱਡੋ, ਨਸ਼ਿਆਂ ਵਿਸ਼ਿਆਂ ਦਾ ਤਿਆਗ ਕਰੋ, ਅੰਮ੍ਰਿਤ ਪਾਨ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਫਿਰ ਨਾਲ ਅੰਮ੍ਰਿਤ ਦੇ ਸੋਮੇ ਅੰਦਰਲੇ ਅੰਮ੍ਰਿਤ ਦੇ ਝਰਨੇ ਦੇ ਕੋਲ ਪਹੁੰਚ ਜਾਓ। ਫਿਰ ਤੁਹਾਡਾ ਮਨ ਐ ਨਿਰਮਲ ਤੇ ਸ਼ਾਂਤ ਹੋ ਸਕਦਾ ਹੈ। ਗੌੜੀ ਕਬੀਰ ਜੀ ਜਹ ਕੁਲ ਪੂਤ ਨ ਗਿਆਨ ਵਿਚਾਰੀ, ਵਿਦਵਾ ਕਸ ਨਾ ਪਈ ਮਹਤਾਰੀ। ਲੋ ਭਗਤ ਕਬੀਰ ਜੀ ਦੇ ਪਾਸ ਕੁਝ ਪ੍ਰੇਮੀ ਆਏ ਨੇ ਤੇ ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਸਭ ਤੋਂ ਚੰਗੀ ਕੁਲ ਕਿਹੜੀ ਹੁੰਦੀ ਹੈ? ਚੰਗੀ ਕੁਲ ਉਹੀ ਹੁੰਦੀ ਹੈ ਜਿਹਦੇ ਵਿੱਚ ਕੋਈ ਚੰਗੇ ਮਹਾਂਪੁਰਖ ਪੈਦਾ ਹੋਣ। ਤੇ ਫਿਰ ਮਾੜੀ ਕੁਲ ਕਿਹੜੀ ਹੈ? ਮਾੜੀ ਕੁਲ ਉਹੀ ਹੈ ਵੀ ਜਿਹਦੇ ਵਿੱਚ ਕੋਈ ਚੰਗਾ ਮਹਾਂਪੁਰਖ ਪੈਦਾ ਨਹੀਂ ਹੁੰਦਾ।
ਲੋ ਭਗਤ ਜੀ ਜਿਹੜੇ ਵਾਹਿਗੁਰੂ ਦੇ ਨਾਮ ਤੇ ਭਗਤੀ ਤੇ ਗਿਆਨ ਤੋਂ ਸਖਣੇ ਲੋਕ ਨੇ, ਉਹਨਾਂ ਦੇ ਬਾਰੇ ਇਹ ਬੜੇ ਕਠੋਰ ਸ਼ਬਦ ਵਰਤ ਕੇ ਭਗਤ ਜੀ ਉਹਨਾਂ ਨੂੰ ਨਸੀਹਤ ਦੇ ਰਹੇ ਹਨ। ਜਿਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਪਈ ਮਹਤਾਰੀ। ਜਿਸ ਕੁਲ ਦੇ ਵਿੱਚ ਗਿਆਨ ਦੀ ਵਿਚਾਰ ਵਾਲਾ ਪੁੱਤਰ ਪੈਦਾ ਨਹੀਂ ਹੋਇਆ, ਤਾਂ ਭਗਤ ਜੀ ਕਹਿੰਦੇ ਨੇ ਵਿਧਵਾ ਕਸ ਨਾ ਪਈ ਮਹਤਾਰੀ। ਉਹਦੀ ਮਾਂ ਹੀ ਵਿਧਵਾ ਕਿਉਂ ਨਾ ਹੋ ਗਈ, ਉਹਦੀ ਮਾਂ ਹੀ ਰੰਡੀ ਕਿਉਂ ਨਾ ਹੋ ਗਈ। ਇੱਕ ਬਹੁਤ ਵੱਡੀ ਗਾਲ ਹੈ ਕਿਸੇ ਮਨੁੱਖ ਨੂੰ, ਖਾਸ ਕਰਕੇ ਕਿਸੇ ਇਸਤਰੀ ਨੂੰ, ਜਦੋਂ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਫਿਰ ਉਹਨੂੰ ਇਹ ਗਾਲ ਕੱਢੀ ਜਾਂਦੀ ਹੈ ਬਈ ਤੂੰ ਰੰਡੀ ਹੋ ਜਾਵੇਂ। ਪਰ ਭਗਤ ਜੀ ਨੇ ਵੀ ਇਹ ਗੱਲ ਕਹਿ ਦਿੱਤੀ, ਵਿਧਵਾ ਕਸ ਨਾ ਪਈ ਮਹਤਾਰੀ। ਹੁਣ ਇੱਕ ਸਵਾਲ ਹੈ ਬਈ ਠੀਕ ਹੈ, ਕੋਈ ਆਦਮੀ ਮਾੜਾ ਹੋ ਸਕਦਾ ਹੈ, ਉਹ ਮਾੜੇ ਆਦਮੀ ਨੂੰ ਮਾੜਾ ਆਖ ਦਿਓ, ਕੋਈ ਹਰਜ ਨਹੀਂ। ਪਰ ਹੁਣ ਵਿਚਾਰੀ ਮਾਂ ਦਾ ਕੀ ਕਸੂਰ ਹੈ? ਤੇ ਭਗਤ ਜੀ ਨੇ ਮਾਂ ਨੂੰ ਵੀ ਗਾਲ ਕੱਢ ਦਿੱਤੀ, ਵਿਧਵਾ ਕਸ ਨਾ ਪਈ ਮਹਤਾਰੀ। ਉਹਦੀ ਮਾਂ ਹੀ ਵਿਧਵਾ ਕਿਉਂ ਨਾ ਹੋ ਗਈ, ਮਾਂ ਹੀ ਰੰਡੀ ਕਿਉਂ ਨਾ ਹੋ ਗਈ? ਇਹਦੇ ਪਿੱਛੇ ਕਾਰਨ ਹੈ। ਇੱਕ ਪੰਜਾਬੀ ਦੀ ਕਹਾਵਤ ਹੈ, ਮੂਰਖ ਨਾ ਮਰੇ, ਮੂਰਖ ਦੀ ਮਾਂ ਮਰ ਜਾਵੇ। ਉਹਦਾ ਕਾਰਨ ਕੀ ਹੈ? ਕਹਿੰਦੇ ਨੇ ਜਿਹੜਾ ਇੱਕ ਪਾਪੀ ਮਨੁੱਖ ਹੈ, ਜੇ ਉਹ ਸੰਸਾਰ ਦੇ ਵਿੱਚ ਪੈਦਾ ਹੋ ਗਿਆ, ਉਹ ਆਪਣੀ ਉਮਰ ਭੋਗ ਕੇ ਕੁਝ ਸਮੇਂ ਲਈ ਇੱਥੋਂ ਤੁਰ ਜਾਵੇਗਾ, ਤੇ ਜੇ ਉਹਦੀ ਮਾਂ ਸੰਸਾਰ ਦੇ ਵਿੱਚ ਹਾਲੇ ਕਾਇਮ ਹੈ ਤੇ ਫਿਰ ਉਹੋ ਜਿਹੇ ਪੁੱਤਰ ਹੋਰ ਪੈਦਾ ਕਰੀ ਜਾਵੇਗੀ। ਮਾਹੌਲ ਕਦੇ ਵੀ ਠੀਕ ਨਹੀਂ ਹੋ ਸਕਦਾ। ਇਸੇ ਲਈ ਜਿਸ ਫੈਕਟਰੀ ਦੇ ਵਿੱਚ ਕਹਿੰਦੇ ਨਕਲੀ ਨੋਟ ਬਣਦੇ ਹੋਣ ਨਾ, ਤੇ ਉਸ ਫੈਕਟਰੀ ਨੂੰ ਬੰਦ ਕਰਨਾ ਚੰਗਾ ਹੁੰਦਾ। ਨਹੀਂ ਤੇ ਜਦੋਂ ਨਕਲੀ ਨੋਟ ਅਸਲੀਆਂ ਦੇ ਵਿੱਚ ਮਿਲ ਜਾਂਦੇ ਨੇ, ਲੋਕਾਂ ਨੂੰ ਭੁਲੇਖਾ ਪਾਉਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਜਿਸ ਕੁਲ ਦੇ ਵਿੱਚ ਗਿਆਨ ਦੀ ਵਿਚਾਰ ਵਾਲਾ ਪੁੱਤਰ ਪੈਦਾ ਨਹੀਂ ਹੁੰਦਾ, ਉਹ ਪੁੱਤਰ ਹੀ ਨਾ ਮਰੇ, ਉਹਦੀ ਮਾਂ ਵਿਧਵਾ ਹੋ ਜਾਵੇ, ਮਾਂ ਰੰਡੀ ਹੋ ਜਾਵੇ, ਤਾਂ ਕਿ ਇਹੋ ਜਿਹੇ ਮੂਰਖ ਨੂੰ ਅੱਗੇ ਜਨਮ ਹੀ ਨਾ ਦੇ ਸਕੇ। ਮੂਰਖ ਨਾ ਮਰੇ, ਮੂਰਖ ਦੀ ਮਾਂ ਮਰ ਜਾਵੇ। ਉਸ ਕਹਾਵਤ ਦੇ ਅਨੁਸਾਰ ਭਗਤ ਜੀ ਨੇ ਵੀ ਮੁੱਢ ਨੂੰ ਹੱਥ ਪਾਇਆ ਵੀ ਜਿਹੜੇ ਭੈੜੇ ਪੁਰਸ਼ਾਂ ਨੂੰ, ਸਾਕਤਾਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ ਜਨਮ ਦੇਣ ਵਾਲੀ ਮਾਂ ਹੀ ਵਿਧਵਾ ਹੋ ਜਾਵੇ, ਤਾਂ ਕਿ ਉਹ ਨਾ ਪੈਦਾ ਹੋਣ ਤੇ ਨਾ ਹੀ ਇਹ ਸਮਾਜ ਦਾ ਮਾਹੌਲ ਵਿਗੜੇ। ਇਸੇ ਲਈ ਭਗਤ ਜੀ ਨੇ ਵਿਧਵਾ ਕਸ ਨਾ ਪਈ ਮਹਤਾਰੀ ਇਹ ਗੱਲ ਆਖੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਪਵਿੱਤਰ ਬਚਨ ਆਉਂਦੇ ਹਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ, ਤਿਨ ਸੁਣੀ ਦੇ ਫਿਰੈ ਬਿਨ ਨਾਵੈ, ਓਏ ਖਪ ਖਪ ਮੋਇ ਕਰਾਂਝਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਾਕ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਨਾ ਵਸਿਆ, ਤਿਨ ਮਾਤ ਕੀਜੈ ਹਰ ਬਾਂਝਾ। ਸਤਿਗੁਰੂ ਕਹਿੰਦੇ ਹੈ ਵਾਹਿਗੁਰੂ ਉਹਨਾਂ ਦੀ ਮਾਂ ਨੂੰ ਬਾਂਝ ਕਰ ਦੇ। ਬਾਂਝ ਉਸ ਇਸਤਰੀ ਨੂੰ ਕਹਿੰਦੇ ਨੇ ਬਈ ਜਿਹੜੀ ਅੱਗੇ ਪੁੱਤਰ ਪੈਦਾ ਨਾ ਕਰ ਸਕੇ, ਜਿਹਦੇ ਬੱਚਾ ਪੈਦਾ ਹੀ ਨਾ ਹੋਵੇ, ਉਹਨੂੰ ਬਾਂਝ ਕਹਿੰਦੇ ਨੇ। ਪਰ ਇੱਥੇ ਭਗਤ ਜੀ ਨੇ ਵਿਧਵਾ ਸ਼ਬਦ ਵਰਤਿਆ, ਵਿਧਵਾ ਕਸ ਨਾ ਪਈ ਮਹਤਾਰੀ। ਉਹਦੀ ਮਾਂ ਹੀ ਵਿਧਵਾ ਕਿਉਂ ਨਹੀਂ ਹੋ ਗਈ, ਭਾਵ ਉਹਦੀ ਮਾਂ ਹੀ ਰੰਡੀ ਕਿਉਂ ਨਾ ਹੋ ਗਈ, ਜਿਹਦੀ ਕੁਲ ਦੇ ਵਿੱਚ ਗਿਆਨਵਾਨ ਪੁੱਤਰ ਪੈਦਾ ਨਹੀਂ ਹੋਇਆ। ਜਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨ ਮੋਹ ਅਪਰਾਧੀ ਰਹਾਉ। ਲੋ ਭਗਤ ਜੀ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ, ਜਿਸ ਨਰ ਮਨੁੱਖ ਨੇ ਰਾਮ ਭਗਤ ਨਹਿ ਸਾਧੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਜਨਮਤ ਕਸ ਨ ਮੋਹ ਅਪਰਾਧੀ, ਉਹ ਅਪਰਾਧੀ, ਉਹ ਮੁਜਰਮ, ਉਹ ਗੁਨਾਹਗਾਰ ਜੰਮਦਾ ਹੀ ਕਿਉਂ ਨਾ ਮਰ ਗਿਆ। ਉਹਨੂੰ ਤੇ ਜੰਮਦੇ ਨੂੰ ਮਰ ਜਾਣਾ ਚਾਹੀਦਾ ਸੀ। ਇਹ ਵੀ ਇੱਕ ਬਹੁਤ ਵੱਡੀ ਗੱਲ ਭਗਤ ਜੀ ਨੇ ਆਖੀ ਹੈ। ਪਹਿਲਾਂ ਤੇ ਉਹਦੀ ਮਾਂ ਨੂੰ ਆਖਿਆ ਸੀ, ਉਹ ਰੰਡੀ ਕਿਉਂ ਨਾ ਹੋ ਗਈ, ਤੇ ਹੁਣ ਉਸ ਸਾਕਤ ਨੂੰ ਕਹਿੰਦੇ ਨੇ ਵੀ ਜਿਸ ਮਨੁੱਖ ਨੇ ਵਾਹਿਗੁਰੂ ਦੀ ਭਗਤੀ ਨਹੀਂ ਆ ਕੇ ਕਰਨੀ ਸੀ, ਤੇ ਉਹ ਅਪਰਾਧੀ ਜੰਮਿਆ ਕਿਉਂ ਸੀ, ਨਾ ਹੀ ਜੰਮਦਾ। ਆਪਾਂ ਅਕਸਰ ਹੀ ਕਹਿ ਹੀ ਦਿੰਦੇ ਆ ਨਾ, ਜੇ ਕੋਈ ਆਦਮੀ ਬਹੁਤਾ ਹੀ ਕੋਈ ਔਲਤ ਹੋਵੇ ਤੇ ਮਾਈਆਂ ਅੱਕ ਕੇ ਕਹਿ ਹੀ ਦਿੰਦੀਆਂ ਨੇ ਨਾ, ਇਦੋਂ ਦਾ ਤੂੰ ਨਾ ਹੀ ਜੰਮਦਾ।
ਜਦੋਂ ਕੋਈ ਆਦਮੀ ਬਹੁਤਾ ਹੀ ਲੜਾਈ ਝਗੜਾ ਕਰੇ ਤੇ ਉਲਾਮੇ ਲਿਆਵੇ, ਉਪਦਰਵ ਕਰੇ, ਖਰੂਦ ਪਾਵੇ, ਇਹ ਗੱਲ ਆਖੀ ਜਾਂਦੀ ਹੈ ਸੰਸਾਰ ਵਿੱਚ। ਇਸੇ ਲਈ ਭਗਤ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਉਹ ਅਪਰਾਧੀ ਜੰਮਦਾ ਹੀ ਕਿਉਂ ਨਾ ਮਰ ਗਿਆ, ਉਹਨੂੰ ਤੇ ਜੰਮਦੇ ਨੂੰ ਮਰ ਜਾਣਾ ਚਾਹੀਦਾ ਸੀ। ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁਜ ਰੂਪ ਜੀਵੈ ਜਗ ਮਜਿਆ। ਔਰ ਹਾਉ ਬਸਰਾਮ ਦੇ ਕੇ ਭਗਤ ਜੀ ਇੱਕ ਹੋਰ ਤੀਸਰੀ ਗੱਲ ਕਹਿੰਦੇ ਨੇ, ਮੁੱਚ ਮੁੱਚ ਗਰਭ ਗਏ ਕੀਨ ਬਚਿਆ। ਵੀ ਮੁੱਚ ਮੁੱਚ ਦਾ ਅਰਥ ਹੈ ਵੀ ਬਹੁਤ ਬਹੁਤ ਗਰਭ ਗਏ, ਉਹ ਕਈ ਵਾਰੀ ਐਵੇਂ ਹੀ ਗਿਰ ਜਾਂਦੇ ਨੇ। ਇੱਕ ਵਾਰ ਤੁਸੀਂ ਕਈ ਵਾਰ ਸੁਣਿਆ ਹੋਣਾ ਹੈ ਬਈ ਕਈ ਜਦੋਂ ਬੱਚੇ ਮਾਤਾ ਦੇ ਗਰਭ ਦੇ ਵਿੱਚ ਨਿਰਮਿਤ ਹੁੰਦੇ ਨੇ ਤੇ ਕਿਸੇ ਬਿਮਾਰੀ ਦੇ ਕਾਰਨ ਉਹ ਗਰਭ ਗਿਰ ਜਾਂਦਾ ਹੈ, ਉਸ ਵੱਲ ਇਸ਼ਾਰਾ ਹੈ। ਅੱਜ ਕੱਲ੍ਹ ਇੱਕ ਹੋਰ ਨਵੀਂ ਬਿਮਾਰੀ ਵੀ ਚੱਲੀ, ਭਰੂਣ ਹੱਤਿਆ। ਉਹ ਤਾਂ ਸਿੱਖੀ ਵਿੱਚ ਬੱਜਰ ਪਾਪ ਗਿਣਿਆ ਗਿਆ। ਚਾਹੇ ਕਿਸੇ ਜੰਮਦੀ ਲੜਕੀ ਨੂੰ ਮਾਰ ਦਿਓ, ਚਾਹੇ ਗਰਭ ਦੇ ਵਿੱਚ ਉਸ ਨੂੰ ਮਾਰ ਦਿਓ, ਇੱਕ ਸਮਾਨ ਹੀ ਪਾਪ ਹੈ। ਭਗਤ ਜੀ ਕਹਿੰਦੇ ਨੇ ਮੁੱਚ ਮੁੱਚ ਗਰਭ ਗਏ, ਜਿਹੜੇ ਬਹੁਤ ਬਹੁਤ ਗਰਭ ਗਿਰ ਗਏ ਸਨ, ਕੀਨ ਬਚਿਆ। ਪਰ ਉਹ ਜਿਹੜਾ ਸਾਕਤ ਸੀ ਉਹ ਕਿਉਂ ਬਚ ਗਿਆ? ਉਹ ਸਾਕਤ ਵੀ ਮਰ ਜਾਣਾ ਚਾਹੀਦਾ ਸੀ, ਗਰਭ ਦੇ ਵਿੱਚ ਹੀ ਖਰ ਜਾਣਾ ਚਾਹੀਦਾ ਸੀ। ਬਾਣੀ ਵਿੱਚ ਇੱਕ ਥਾਂ ਤੇ ਪੰਕਤੀ ਆਈ ਹੈ, ਕਈ ਜੋਨ ਗਰਭ ਹਿਰ ਖਰਿਆ। ਕਈ ਵਾਰੀ ਗਰਭ ਜੋਨੀ ਦੇ ਵਿੱਚ ਹੀ ਬੱਚੇ ਗਲ ਸੜ ਜਾਂਦੇ ਨੇ। ਇਸੇ ਤਰ੍ਹਾਂ ਭਗਤ ਜੀ ਉਸ ਨੂੰ ਕਹਿੰਦੇ ਨੇ, ਪਹਿਲਾਂ ਤੇ ਆਖਿਆ ਸੀ ਨਾ, ਜਨਮਤ ਕਸ ਨਾ ਮੂਹ ਅਪਰਾਧੀ, ਉਹ ਜੰਮਦਾ ਕਿਉਂ ਨਾ ਮਰ ਗਿਆ। ਤੇ ਹੁਣ ਉਸ ਤੋਂ ਅਗਲੀ ਗੱਲ ਕਹਿੰਦੇ ਨੇ, ਮੁੱਚ ਮੁੱਚ ਗਰਭ ਗਏ, ਜਿੱਥੇ ਹੋਰ ਬਹੁਤ ਬਹੁਤ ਗਰਭ ਗਿਰ ਗਏ, ਉਹ ਕਿਉਂ ਬਚ ਗਿਆ? ਉਹ ਗਰਭ ਦੇ ਵਿੱਚ ਹੀ ਖਤਮ ਹੋ ਜਾਣਾ ਚਾਹੀਦਾ ਸੀ। ਬੁੱਢ ਪੁਜ ਰੂਪ ਜੀਵੇ ਜਗ ਮੱਝਿਆ। ਲੋਕ ਭਗਤ ਜੀ ਕਹਿੰਦੇ ਨੇ ਬੁੱਢ ਪੁਜ ਦਾ ਰੂਪ ਹੈ ਉਹ ਭੈੜੇ ਰੂਪ ਵਾਲਾ, ਜਿਵੇਂ ਕੋਈ ਭੈੜੇ ਰੂਪ ਵਾਲਾ ਕੋਈ ਕੋਹੜੀ ਹੁੰਦਾ ਹੈ। ਬੁੱਢ ਪੁਜ ਦਾ ਅਰਥ ਹੈ ਵੀ ਜਿਵੇਂ ਬਹੁਤ ਭੈੜੇ ਕੋਝੇ ਰੂਪ ਵਾਲਾ ਉਹ ਸੰਸਾਰ ਦੇ ਵਿੱਚ ਤੇ ਬੜਾ ਭਿਆਨਕ ਰੂਪ ਧਾਰਨ ਕਰਕੇ ਜੀ ਰਿਹਾ ਹੈ, ਉਹਦੇ ਜਿਉਣ ਦਾ ਕੋਈ ਲਾਭ ਨਹੀਂ ਹੈ। ਬੁੱਢ ਪੁਜ ਦਾ ਵਿਦਵਾਨਾਂ ਨੇ ਅਰਥ ਭੈੜੇ ਰੂਪ ਵਾਲਾ ਵੀ ਕੀਤਾ ਹੈ ਤੇ ਬੁੱਢ ਪੁਜ ਦਾ ਅਰਥ ਕੋਹੜੀ ਵੀ ਕੀਤਾ ਹੈ। ਉਹ ਜਿਹੜਾ ਬੁੱਢ ਪੁਜ ਦਾ ਅਰਥ ਵੀ ਉਹ ਕੋਹੜੀ ਬਣ ਕੇ ਸੰਸਾਰ ਦੇ ਵਿੱਚ ਜੀ ਰਿਹਾ ਹੈ। ਅਥਵਾ ਬੁੱਢ ਪੁਜ ਜਿਹੜਾ ਸ਼ਬਦ ਹੈ, ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨੇ ਬੁੱਢ ਪੁਜ ਦਾ ਜਿਹੜਾ ਅਰਥ ਹੈ ਵੀ ਗੰਦਗੀ ਖਾਣ ਵਾਲਾ ਵੀ ਕੀਤਾ। ਗੰਦਗੀ ਖਾਣ ਵਾਲਾ ਹੁੰਦਾ ਸੂਰ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਬੁੱਢ ਪੁਜ, ਉਸ ਤੋਂ ਇਹਦਾ ਅਰਥ ਬਣ ਗਿਆ ਵੀ ਸੂਰ। ਇਹ ਵੀ ਇੱਕ ਭਗਤ ਜੀ ਨੇ ਉਸ ਪੁਰਸ਼ ਦੇ ਲਈ ਸਾਕਤ ਲਈ ਸ਼ਬਦ ਵਰਤਿਆ ਹੈ, ਬੁੱਢ ਪੁਜ ਰੂਪ। ਵੀ ਜਿਵੇਂ ਕਹਿੰਦੇ ਵੀ ਬੜੇ ਭੈੜੇ ਰੂਪ ਵਾਲਾ ਸੂਰ ਹੁੰਦਾ ਹੈ, ਗੰਦਗੀ ਖਾਣ ਵਾਲਾ ਸੂਰ ਹੁੰਦਾ ਹੈ, ਤੇ ਉਹ ਸੂਰ ਵਾਂਗੂ ਸੰਸਾਰ ਦੇ ਵਿੱਚ ਜੀ ਰਿਹਾ ਹੈ। ਬਲਕਿ ਭਗਤ ਕਬੀਰ ਜੀ ਨੇ ਤਾਂ ਇਹ ਵੀ ਬਚਨ ਕਹੇ ਨੇ ਵੀ ਉਹ ਜਿਹੜਾ ਸੂਰ ਹੈ ਉਹ ਸਾਕਤ ਨਾਲੋਂ ਵੀ ਫਿਰ ਚੰਗਾ ਹੁੰਦਾ। ਕਬੀਰ ਸਾਕਤ ਤੇ ਸ਼ੁਕਰ ਭਲਾ ਰੱਖੈ ਅੱਛਾ ਗਾਉ, ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲਹਿ ਨਾ। ਕਬੀਰ ਜੀ ਦੇ ਮਹੱਲੇ ਵਿੱਚ ਇੱਕ ਸਾਕਤ ਪੁਰਸ਼ ਸੀ, ਉਹ ਮਰ ਗਿਆ। ਤੇ ਜਦੋਂ ਮਰ ਗਿਆ ਲੋਕ ਕਹਿਣ ਵੀ ਫਲਾਨਾ ਜਿਹੜਾ ਸੀ ਨਾ ਆਦਮੀ ਉਹ ਮਰ ਗਿਆ। ਲੋਕ ਕਹਿਣ ਯਾਰ ਉਹਦਾ ਨਾਂ ਕੀ ਲੈਣੇ, ਉਹ ਤਾਂ ਬੰਦਾ ਬੜਾ ਖਰਾਬ ਸੀ, ਉਹਨੇ ਤਾਂ ਬੜਾ ਗੰਦ ਪਾਇਆ ਹੋਇਆ ਸੀ, ਚੰਗਾ ਮਰ ਗਿਆ ਦਫਾ ਹੋ ਗਿਆ, ਉਹਦਾ ਕੀ ਨਾਂ ਲੈਣਾ। ਫਿਰ ਥੋੜੇ ਚਿਰ ਬਾਅਦ ਇੱਕ ਸੂਰ ਸੀ ਉਹ ਮਰ ਗਿਆ ਤੇ ਲੋਕਾਂ ਨੇ ਸੂਰ ਦਾ ਅਫਸੋਸ ਕੀਤਾ। ਕਹਿੰਦੇ ਉਹ ਵਿਚਾਰਾ ਕਿਸੇ ਦਾ ਕੀ ਵਿਗਾੜਦਾ ਸੀ, ਚਲੋ ਗਲੀਆਂ ਹੀ ਸਾਫ਼ ਕਰਦਾ ਸੀ ਨਾ, ਗੰਦਗੀ ਖਾਂਦਾ ਸੀ, ਇਸ ਲਈ ਉਹਦੇ ਨਾਲ ਤਾਂ ਉਹ ਚੰਗਾ ਸੀ। ਉਹ ਗੰਦ ਪਾਉਂਦਾ ਸੀ ਤੇ ਉਹ ਗੰਦਗੀ ਸਾਫ਼ ਕਰਦਾ ਸੀ। ਉਹਨਾਂ ਦੇ ਕੰਮ ਦੇ ਵਿੱਚ ਕਾਫੀ ਜ਼ਮੀਨ ਅਸਮਾਨ ਦਾ ਅੰਤਰ ਸੀ। ਪਰ ਭਗਤ ਕਬੀਰ ਜੀ ਇੱਥੇ ਕਹਿੰਦੇ ਨੇ ਵੀ ਬੁੱਢ ਪੁਜ ਰੂਪ ਜੀਵੇ ਜਗ ਮੱਝਿਆ। ਬੁੱਢ ਪੁਜ ਦਾ ਅਰਥ ਹੈ ਵੀ ਭੈੜੇ ਰੂਪ ਵਾਲਾ, ਤੇ ਅਥਵਾ ਉਹ ਕੋਹੜੀ ਬਣ ਕੇ, ਤੇ ਤੀਸਰਾ ਅਰਥ ਹੈ ਵੀ ਉਹ ਗੰਦਗੀ ਖਾਣ ਵਾਲਾ ਸੂਰ ਬਣ ਕੇ ਸੰਸਾਰ ਦੇ ਵਿੱਚ ਜੀ ਰਿਹਾ ਹੈ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਕੈਸੇ ਕੁਬਜ ਕਰੂਪ। ਨਾਮ ਬਿਨਾ ਜੈਸੇ ਅੱਖਰ ਵੇਖ ਕੇ ਕੁਬਜ ਕਰੂਪ। ਭਗਤ ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਜੈਸੇ ਸੁੰਦਰ ਸਰੂਪ। ਕਬੀਰ ਭਗਤ ਜੀ ਕਹਿੰਦੇ ਨੇ ਚਾਹੇ ਕਿਸੇ ਦਾ ਰੂਪ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ,
ਪਰ ਜੇ ਉਹਦੇ ਕੋਲੇ ਵਾਹਿਗੁਰੂ ਦਾ ਨਾਮ ਨਹੀਂ ਨਾ ਹੈ ਤੇ ਨਾਮ ਤੋਂ ਬਿਨਾਂ ਇਸੇ ਤਰ੍ਹਾਂ ਹੀ ਸੁੰਦਰ ਰੂਪ ਜਿਵੇਂ ਕੋਈ ਕੁੱਬਾ ਹੋਵੇ ਤੇ ਕਰੂਪ ਬਦ ਸ਼ਕਲ ਹੋਵੇ। ਭਾਵ ਅਸਲੀ ਸ਼ੋਭਾ ਤੇ ਸੁੰਦਰਤਾ ਨਾਮ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਹਰ ਮਨੁੱਖ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਵੇਖ ਲਓ ਜਿਨ੍ਹਾਂ ਨੇ ਨਾਮ ਜਪਿਆ ਹੈ, ਭੀਲਣੀ ਹੁਣ ਵੇਖ ਲਓ, ਭੀਲਾਂ ਦੀ ਲੜਕੀ ਸੀ। ਭੀਲ ਜਿਹੜੇ ਜੰਗਲੀ ਲੋਕ ਨੇ, ਕੋਈ ਉਸ ਦਾ ਰੂਪ ਵੀ ਸੁੰਦਰ ਨਹੀਂ ਸੀ, ਤੇ ਪਰ ਵੇਖ ਲਓ ਨਾਮ ਜਪ ਕੇ ਉਹਨੂੰ ਵੀ ਕਿੰਨੀ ਵਡਿਆਈ ਪ੍ਰਾਪਤ ਹੋਈ। ਇੱਕ ਕੰਸ ਦੀ ਮਾਲਣ ਸੀ ਜਿਸ ਦਾ ਨਾਂ ਕੁਬਜਾ ਇਤਿਹਾਸ ਵਿੱਚ ਲਿਖਿਆ ਹੋਇਆ, ਉਹ ਵੀ ਕ੍ਰਿਸ਼ਨ ਜੀ ਦਾ ਨਾਮ ਜਪਦੀ ਸੀ, ਕ੍ਰਿਸ਼ਨ ਜੀ ਦੀ ਭਗਤਣੀ ਸੀ, ਤੇ ਉਹਦਾ ਵੀ ਉਹਨਾਂ ਨੇ ਕੁਬ ਦੂਰ ਕਰਕੇ ਉਹਨੂੰ ਸੁੰਦਰਤਾ ਪ੍ਰਦਾਨ ਕੀਤੀ ਸੀ, ਕਿਉਂਕਿ ਉਹਨਾਂ ਦਾ ਨਾਮ ਜਪਦੀ ਸੀ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਆਪਣੇ ਆਪ ਨੂੰ ਸੁੰਦਰ ਰੂਪ ਵਾਲੇ ਸਮਝਦੇ ਨੇ, ਜੇ ਉਹਨਾਂ ਕੋਲੇ ਨਾਮ ਨਹੀਂ ਤੇ ਫਿਰ ਉਹ ਕੁੱਬੇ ਤੇ ਕਰੂਪਾਂ ਵਰਗੇ ਨੇ, ਸਾਨੂੰ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਜਾਪਦਾ। ਗਾੜੀ ਕਬੀਰ ਜੀ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਓ। ਲੋ ਹੁਣ ਭਗਤ ਕਬੀਰ ਜੀ ਹੁਣ ਅਗਲੇ ਸ਼ਬਦ ਵਿੱਚ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਹੁਣ ਉਹਨਾਂ ਦੀ ਮਹਿਮਾ ਤੇ ਸਤਿਕਾਰ ਭਗਤ ਜੀ ਵਰਣਨ ਕਰਦੇ ਹਨ। ਜੋ ਜਨ ਲੇਹ ਖਸਮ ਕਾ ਨਾਉ, ਗੁਰਮੁਖੋ ਜੋ ਜਨ ਗੁਰਮੁਖ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਾ ਹੈ, ਕਰੋੜਾਂ ਬ੍ਰਹਮੰਡਾਂ ਖੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਤਿਨ ਕੈ ਸਦ ਬਲਿਹਾਰੈ ਜਾਉ, ਤੇ ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਪੰਚਮ ਪਾਤਸ਼ਾਹ ਦੇ ਵੀ ਬਚਨ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਂਛੋ ਧੂਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬੜੇ ਪਿਆਰੇ ਬਚਨ ਨੇ। ਹਉ ਕੁਰਬਾਨੈ ਜਾਉ ਮਿਹਰਵਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੈ ਜਾਉ। ਇੱਕੋ ਹੀ ਸਿਧਾਂਤ ਹੈ ਭਗਤਾਂ ਦੀ ਬਾਣੀ ਦਾ ਤੇ ਸਤਿਗੁਰੂ ਦੀ ਬਾਣੀ ਦਾ। ਗੁਰਮੁਖੋ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਂਦਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਪਾਈ ਮੇਰਾ ਮਨ ਭਾਵੈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਉਹ ਅਸਲੀ ਨਿਰਮਲ ਪੁਰਸ਼ ਹੈ, ਉਹ ਉੱਚੇ ਸੁੱਚੇ ਜੀਵਨ ਵਾਲਾ ਹੈ। ਨਿਰਮਲ ਹਰ ਗੁਣ ਗਾਵੈ, ਜਿਹੜਾ ਨਿਰਮਲ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਅਸਲੀ ਤੇ ਨਿਰਮਲ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਨਾ। ਜਿਹੜਾ ਉਸ ਨਿਰਮਲ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ, ਉਹੀ ਸਭ ਤੋਂ ਨਿਰਮਲ ਪੁਰਸ਼ ਹੈ, ਉੱਚੇ ਸੁੱਚੇ ਜੀਵਨ ਵਾਲਾ ਉਹ ਮਹਾਂਪੁਰਖ ਹੈ। ਸੋ ਭਾਈ ਮੇਰਾ ਮਨ ਭਾਵੈ, ਭਗਤ ਜੀ ਕਹਿੰਦੇ ਉਹ ਸਾਡਾ ਸਕਾ ਭਰਾ ਹੈ, ਉਹ ਸਾਡੇ ਧਰਮ ਦਾ ਭਰਾ ਹੈ, ਉਹ ਮੇਰੇ ਮਨ ਨੂੰ ਬਹੁਤ ਪਾਉਂਦਾ ਹੈ, ਬਹੁਤ ਚੰਗਾ ਲੱਗਦਾ ਹੈ। ਰਹਾਉ ਜੈ ਘਟ ਰਾਮ ਰਹਾ ਭਰਪੂਰ, ਤਿਨ ਕੀ ਪਗ ਪੰਕਜ ਹਮ ਤੂਰ। ਲੋਨ ਰਹਾਉ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਜਿਹੇ ਘਟ, ਇਹ ਜਿਹੜਾ ਜਿਹੇ ਦਾ ਉਚਾਰਨ ਜੱਜੇ ਨੂੰ ਸਿਆਰੀ ਜਿਹੇ ਜਹਿ ਨਹੀਂ ਕਰਨਾ। ਜਿਹੇ ਘਟ ਰਾਮ ਰਹਿਆ ਭਰਪੂਰ, ਅਕਸਰ ਇਹ ਆਮ ਲਗਾ ਮਾਤਰਾ ਦੀ ਸੁਧਾਈ ਦੇ ਨਾਲ ਪਾਠ ਹੋਵੇ ਤੇ ਫੇਰ ਹੀ ਪਾਠ ਸ਼ੁੱਧ ਹੁੰਦਾ ਹੈ। ਜਿਹੇ ਘਟ ਰਾਮ ਰਹਿਆ ਭਰਪੂਰ, ਭਗਤ ਜੀ ਕਹਿੰਦੇ ਨੇ ਜਿਸ ਦੇ ਘਟ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਰਿਪੂਰਨ ਹੋ ਰਿਹਾ ਹੈ, ਭਾਵ ਜੀ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਤਿਨ ਕੀ ਪਗ ਪੰਕਜ ਹਮ ਤੂਰ। ਲੋ ਭਗਤ ਜੀ ਕਹਿੰਦੇ ਨੇ ਅਸੀਂ ਉਹਦੇ ਪਗ ਪੰਕਜ ਦਾ ਅਰਥ ਹੈ ਚਰਨਾਂ ਕਮਲਾਂ ਦੀ ਧੂੜ ਹਾਂ। ਪੰਕਜ ਦਾ ਅਰਥ ਹੈ ਕਮਲ, ਚਰਨਾਂ ਦੇ ਨਾਲ ਕਵਲ ਸ਼ਬਦ ਦਾ ਪ੍ਰਯੋਗ ਹੁੰਦਾ ਹੈ। ਇੱਥੇ ਪਗ ਪੰਕਜ, ਪਗ ਚਰਨ ਤੇ ਪੰਕਜ ਕਵਲ ਸ਼ਬਦ ਵਰਤਿਆ ਹੈ। ਭਗਤ ਜੀ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਕੇ ਵਸ ਰਿਹਾ ਹੈ, ਅਸੀਂ ਐਸੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਚਰਨਾਂ ਕਮਲਾਂ ਦੀ ਧੂੜ ਹਾਂ।
ਜਾਤ ਜੁਲਾਹਾ ਮਤ ਕਾ ਤੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਭਾਵੇਂ ਮੈਂ ਜਾਤ ਦਾ ਜੁਲਾਹਾ ਹਾਂ, ਮਤ ਕਾ ਤੀਰ, ਪਰ ਬੁੱਧੀ ਦਾ ਮੈਂ ਧੀਰਜਵਾਨ ਹਾਂ। ਮੇਰੀ ਬੁੱਧੀ ਚੰਚਲ ਨਹੀਂ ਹੈ, ਮੇਰੀ ਬੁੱਧੀ ਟਿਕਾ ਵਾਲੀ ਹੈ, ਵਾਹਿਗੁਰੂ ਦੀ ਕਿਰਪਾ ਹੈ। ਸਹਿਜ ਸਹਿਜ ਗੁਣ ਰਵੈ ਕਬੀਰ। ਇਸੇ ਲਈ ਭਗਤ ਜੀ ਕਹਿੰਦੇ ਨੇ, ਮੈਂ ਤੇ ਸਹਿਜੇ ਸਹਿਜੇ, ਭਾਵ ਆਪਣੇ ਮਨ ਨੂੰ ਸ਼ਾਂਤ ਤੇ ਅਡੋਲ ਅਵਸਥਾ ਵਿੱਚ ਟਿਕਾ ਕੇ, ਗੁਣ ਰਮੈ ਕਬੀਰ, ਮੈਂ ਤੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਰਿਹਾ ਹਾਂ। ਭਾਵ ਇੱਕ ਤਾਂ ਹੁੰਦਾ ਨਾ ਵੀ ਕਾਹਲੀ ਜੀ ਦੇ ਵਿੱਚ ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਕਰਨੀ, ਇੱਕ ਸਹਿਜ ਦੀ ਅਵਸਥਾ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਸਹਿਜ ਦੀ ਅਵਸਥਾ ਨੂੰ ਹੀ ਪ੍ਰਧਾਨਤਾ ਦਿੱਤੀ ਹੈ, ਵੀ ਜੋ ਵੀ ਕੁਛ ਕਰਨਾ ਹੈ ਉਹ ਸਹਿਜ ਵਿੱਚ ਕਰਨਾ ਚਾਹੀਦਾ। ਸੇਵਾ ਕਰਨੀ, ਬਾਣੀ ਪੜ੍ਹਨੀ, ਸਿਮਰਨ ਕਰਨਾ, ਕਥਾ ਕਰਨੀ, ਕੀਰਤਨ ਕਰਨਾ, ਸਹਿਜ ਵਿੱਚ ਕਰੋ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸਵਾਣੀਆਂ ਦੁੱਧ ਰਿੜਕਦੀਆਂ ਸਨ, ਤੇ ਉਹਨਾਂ ਦੇ ਦੁੱਧ ਰਿੜਕਣ ਦੀ ਇੱਕ ਬੜੀ ਸਹਿਜ ਗਤੀ ਹੁੰਦੀ ਸੀ। ਨਾ ਬਹੁਤਾ ਹੌਲੀ ਤੇ ਨਾ ਬਹੁਤਾ ਉਹ ਤੇਜ਼ ਰਿੜਕਦੀਆਂ ਸਨ। ਜੇ ਬਹੁਤੀ ਹੌਲੀ ਰਿੜਕਦੀਆਂ ਸਨ, ਛੇਤੀ ਮੱਖਣ ਨਹੀਂ ਸੀ ਆਉਂਦਾ, ਤੇ ਜੇ ਬਹੁਤੀ ਤੇਜ਼ ਰਿੜਕਦੀਆਂ ਸਨ ਤੇ ਉਹ ਮੱਖਣ ਬਾਹਰ ਨਿਕਲ ਕੇ ਡਿੱਗ ਪੈਂਦਾ ਸੀ। ਉਹ ਜਿਹੜੀ ਸਹਿਜ ਦੀ ਅਵਸਥਾ, ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੀ ਹੈ, ਤੇ ਭਗਤ ਜੀ ਦਾ ਮਾਰਗ ਵੀ ਸਹਿਜ ਦਾ ਮਾਰਗ ਸੀ। ਇਸੇ ਲਈ ਭਗਤ ਜੀ ਕਹਿੰਦੇ ਨੇ, ਮੈਂ ਤੇ ਸਹਿਜੇ ਸਹਿਜੇ, ਭਾਵ ਆਪਣੇ ਮਨ ਨੂੰ ਸ਼ਾਂਤ ਤੇ ਸਹਿਜ ਅਵਸਥਾ ਵਿੱਚ ਟਿਕਾ ਕੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਰਿਹਾ ਹਾਂ। ਗੌੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਪਾਠੀ, ਸੰਚ ਮਹਾਰਸ ਤਨ ਪਿਆ ਕਾਠੀ। ਲੋ ਭਗਤ ਜੀ ਦੇ ਪਾਸ ਕੋਈ ਯੋਗੀ ਆਇਆ ਹੈ, ਤੇ ਉਸ ਯੋਗੀ ਨੇ ਆ ਕੇ ਭਗਤ ਜੀ ਨੂੰ ਆਖਿਆ ਕਿ ਭਗਤ ਜੀ ਕੋਈ ਯੋਗ ਦੀ ਗੱਲ ਸੁਣਾਓ। ਤਾਂ ਭਗਤ ਕਬੀਰ ਜੀ ਨੇ ਪਹਿਲਾਂ ਯੋਗ ਵੀ ਕੀਤਾ ਸੀ, ਕਿਉਂਕਿ ਭਗਤ ਜੀ ਦੀ ਬਾਣੀ ਵਿੱਚੋਂ ਸਾਨੂੰ ਇਹ ਸੰਕੇਤ ਮਿਲਦੇ ਨੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਪਾਵੈ ਨਿੰਦੋ ਲੋਕ। ਭਾਵੇਂ ਭਗਤ ਜੀ ਦਾ ਨਿਸ਼ਾਨਾ ਤੇ ਭਗਤੀ ਮਾਰਗ ਦਾ ਹੀ ਸੀ, ਪਰ ਹੁਣ ਉਹ ਯੋਗੀ ਆ ਗਿਆ ਤੇ ਉਹਨੇ ਆਖਿਆ ਭਗਤ ਜੀ ਕੋਈ ਯੋਗ ਦੀ ਵੀ ਗੱਲ ਸੁਣਾਓ। ਤਾਂ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਇਹਦੇ ਨਾਲ ਭਗਤੀ ਤੇ ਗਿਆਨ ਯੋਗ ਦੋਹਾਂ ਦਾ ਸਾਂਝਾ ਉਪਦੇਸ਼ ਭਗਤ ਜੀ ਨੇ ਬਖਸ਼ਿਸ਼ ਕੀਤਾ ਹੈ। ਵਾਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ। ਭਗਤ ਜੀ ਕਹਿੰਦੇ ਨੇ ਯੋਗੀ ਲੋਕ ਸ਼ਰਾਬ ਵੀ ਪੀਂਦੇ ਸਨ। ਆਮ ਲੋਕਾਂ ਨੂੰ ਸ਼ਾਇਦ ਘੱਟ ਪਤਾ ਹੋਵੇ, ਜਿਹੜੇ ਯੋਗੀ ਇੱਕ ਪਾਸੇ ਆਪਣੇ ਆਪ ਨੂੰ ਧਾਰਮਿਕ ਵੀ ਸਮਝਦੇ ਸਨ, ਰਿੱਧੀਆਂ ਸਿੱਧੀਆਂ ਦੇ ਵੀ ਮਾਲਕ ਹੁੰਦੇ ਸਨ, ਪਰ ਸ਼ਰਾਬ ਵੀ ਪੀਂਦੇ ਸਨ। ਹੁਣ ਇਹ ਜਿਹੜਾ ਯੋਗੀ ਭਗਤ ਕਬੀਰ ਜੀ ਦੇ ਪਾਸ ਪਹੁੰਚਿਆ ਹੈ, ਤੇ ਇਹ ਵੀ ਸ਼ਰਾਬ ਦਾ ਆਦੀ ਸੀ। ਕਹਿੰਦੇ ਸ਼ਰਾਬ ਪੀ ਕੇ ਬੜੀ ਸਮਾਧੀ ਲੱਗਦੀ ਹੈ, ਪਰ ਭਗਤ ਜੀ ਕਹਿੰਦੇ ਨਹੀਂ, ਬਾਹਰਲੀ ਸ਼ਰਾਬ ਯੋਗੀ ਨੂੰ ਤੇ ਧਾਰਮਿਕ ਆਦਮੀ ਨੂੰ ਹਰਗਿਜ਼ ਨਹੀਂ ਵਰਤਣੀ ਚਾਹੀਦੀ। ਉਹਨੂੰ ਤਾਂ ਨਾਮ ਬਾਣੀ ਦਾ ਹੀ ਅਮਲ ਹੋਣਾ ਚਾਹੀਦਾ। ਭਗਤ ਜੀ ਕਹਿੰਦੇ ਨੇ ਵਾਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ। ਭਗਤ ਜੀ ਕਹਿੰਦੇ ਨੇ ਉਸ ਪੁਰਸ਼ ਨੂੰ ਉਹ ਸਹਿਜ ਆਤਮਕ ਅਡੋਲ ਅਵਸਥਾ ਦੀ ਮਸਤੀ ਵਾਲਾ, ਖੁਮਾਰੀ ਵਾਲਾ ਆਖਿਆ ਜਾ ਸਕਦਾ ਹੈ। ਪੀਵਤ ਰਾਮ ਰਸ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਦੀ ਮਦਰਾ ਨੂੰ ਪੀਂਦਾ ਹੈ ਤੇ ਨਾਲ ਗਿਆਨ ਦੀ ਵਿਚਾਰ ਵੀ ਕਰਦਾ। ਬਾਹਰਲੀ ਸ਼ਰਾਬ ਪੀ ਕੇ ਤਾਂ ਮਤ ਮਾਰੀ ਜਾਂਦੀ ਹੈ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਪਰ ਇਹ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਕੇ ਤੇ ਸਗਾਂ ਗਿਆਨ ਦੀ ਵਿਚਾਰ ਹੋਰ ਵਧੇਰੇ ਫੁਰਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਅਸੀਂ ਉਸ ਨੂੰ ਆਤਮਕ ਆਨੰਦ ਦੀ ਖੁਮਾਰੀ ਵਾਲਾ ਯੋਗੀ ਆਖਦੇ ਹਾਂ, ਜਿਹੜਾ ਵਾਹਿਗੁਰੂ ਦੇ ਨਾਮ ਰਸ ਨੂੰ ਵੀ ਪੀਂਦਾ ਹੈ ਤੇ ਨਾਲ ਗਿਆਨ ਦੀ ਵਿਚਾਰ ਕਰਦਾ ਹੈ। ਗਗਨ ਰਸਾਲ ਚੁਐ ਮੇਰੀ ਪਾਠੀ। ਲੋ ਭਗਤ ਜੀ ਆਰੰਭ ਤੋਂ ਹੁਣ ਫਰਮਾ ਰਹੇ ਹਨ ਕਿ ਇਹ ਗੁਰਮੁਖੋ, ਤੇ ਮੇਰੀ ਗਗਨ ਦਾ ਅਰਥ ਹੈ ਆਕਾਸ਼। ਇੱਥੇ ਗਗਨ ਤੋਂ ਮੁਰਾਦ ਲੈਣਾ ਦਸਵੇਂ ਦੁਆਰ ਦਾ। ਦਸਵਾਂ ਦੁਆਰ ਮੇਰੀ ਪੱਠੀ ਹੈ, ਤੇ ਉਹਦੇ ਵਿੱਚੋਂ ਰਸਾਲ ਇੱਕ ਅੰਮ੍ਰਿਤ ਰਸ ਚੋਰਿਆ ਹੈ।
ਜਦੋਂ ਕੋਈ ਯੋਗੀ 10ਵੇਂ ਦੁਆਰ ਦੇ ਵਿੱਚ ਸਮਾਧੀ ਲਾ ਕੇ ਬੈਠਦਾ ਹੈ ਨਾ, ਉੱਥੇ ਕਹਿੰਦੇ ਨੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਗਗਨ ਰਸਾਲ ਚੋਇਆ ਮੇਰੀ ਪਾਠੀ। ਲੋ ਭਗਤ ਜੀ ਕਹਿੰਦੇ ਨੇ 10ਵਾਂ ਦੁਆਰ ਸਾਡੀ ਪੱਠੀ ਹੈ, ਉਹਦੇ ਵਿੱਚੋਂ ਵਾਹਿਗੁਰੂ ਦਾ ਨਾਮ ਅੰਮ੍ਰਿਤ ਰਸ ਚੋਰਿਆ ਹੈ, ਸੰਚ ਮਹਾਰਸ। ਮੈਂ ਉਸ ਨਾਮ ਦੇ ਅੰਮ੍ਰਿਤ ਰਸ ਨੂੰ ਸੰਚ ਇਕੱਤਰ ਕਰ ਰਿਹਾ ਹਾਂ। ਤਨ ਪਿਆ ਕਾਠੀ। ਇਹ ਸਰੀਰ ਮੇਰਾ, ਕਾਠੀ ਦਾ ਅਰਥ ਵੀ ਕਾਠ, ਲੱਕੜਾਂ ਬਣਿਆ ਹੋਇਆ। ਜਿਵੇਂ ਭੱਠੀ ਦੇ ਹੇਠਾਂ ਲੱਕੜਾਂ ਬਾਲ ਕੇ ਤੇ ਜਿਹੜੇ ਸ਼ਰਾਬ ਕੱਢਣ ਵਾਲੇ ਲੋਕ ਨੇ ਸ਼ਰਾਬ ਕੱਢਦੇ ਨੇ, ਪਰ ਭਗਤ ਜੀ ਕਹਿੰਦੇ ਨੇ ਜਿਹੜੇ ਅਸਲੀ ਗੁਰਮੁਖ ਯੋਗੀ ਹਨ ਵੀ ਉਹ 10ਵੇਂ ਦੁਆਰ ਦੀ ਭੱਠੀ ਦੇ ਵਿੱਚੋਂ ਨਾਮ ਅੰਮ੍ਰਿਤ ਦੀ ਧਾਰਾ ਪ੍ਰਾਪਤ ਕਰਦੇ ਹਨ ਤੇ ਉਹਨਾਂ ਦਾ ਸਰੀਰ ਕਾਠੀ ਲੱਕੜਾਂ ਵਾਂਗ ਬਣ ਜਾਂਦਾ ਹੈ। ਤੇ ਫਿਰ ਉਹ ਸਰੀਰ ਨੂੰ ਲੱਕੜਾਂ ਵਾਂਗ ਬਣਾ ਕੇ ਤੇ ਫਿਰ ਨਾਲ ਹੀ ਯੋਗਾ ਅਭਿਆਸ ਕਰਕੇ, ਪ੍ਰਾਣਾਯਾਮ ਕਰਕੇ, ਸਵਾਸ ਵਾਹਿਗੁਰੂ ਦਾ ਸਿਮਰਨ ਕਰਕੇ 10ਵੇਂ ਦੁਆਰ ਦੀ ਭੱਠੀ ਵਿੱਚੋਂ ਉਹ ਅੰਮ੍ਰਿਤ ਦੀ ਧਾਰਾ ਪ੍ਰਾਪਤ ਕਰਦੇ ਹਨ ਤੇ ਫਿਰ ਉਹਨੂੰ ਸੰਚ ਮਹਾਰਸ, ਉਸ ਨਾਮ ਦੇ ਅੰਮ੍ਰਿਤ ਰਸ ਨੂੰ ਇਕੱਤਰ ਕਰਦੇ ਹਨ। ਵਾਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ। ਲੋ ਭਗਤ ਜੀ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਰਸ ਦੀ ਪ੍ਰਾਪਤੀ ਹੋ ਗਈ ਹੈ ਤੇ ਜਿਹੜਾ ਗਿਆਨ ਦੀ ਵਿਚਾਰ ਕਰਦਾ ਹੈ, ਉਸੇ ਪੁਰਖ ਨੂੰ ਅਸਲੀ ਸਹਿਜ ਅਵਸਥਾ ਦੀ ਮਸਤੀ ਵਾਲਾ ਆਖਿਆ ਜਾ ਸਕਦਾ ਹੈ ਤੇ ਦੂਸਰੇ ਨੂੰ ਨਹੀਂ। ਜਿਹੜਾ ਬਾਹਰਲੀ ਸ਼ਰਾਬ ਕਿਸੇ ਨਸ਼ੇ ਦਾ ਆਦੀ ਹੈ, ਉਹ ਸੁਤੇ ਸਦ ਮਸਤੀ ਵਾਲਾ ਨਹੀਂ ਹੁੰਦਾ। ਉਹ ਤੇ ਥੋੜਾ ਸਮਾਂ ਜਿੰਨਾ ਚਿਰ ਕਿਸੇ ਨਸ਼ੇ ਦਾ ਸੇਵਨ ਕਰਦਾ ਉਹਨਾਂ ਚਿਰ ਹੀ ਮਸਤੀ ਰਹਿੰਦੀ ਹੈ, ਪਿੱਛੋਂ ਖਤਮ ਹੋ ਜਾਂਦੀ ਹੈ। ਫਿਰ ਸਰੀਰ ਵੀ ਸਗੋਂ ਇਹ ਆਲਸੀ ਹੋ ਜਾਂਦਾ ਹੈ ਤੇ ਫਿਰ ਸਰੀਰ ਵੀ ਇੱਕ ਤਰ੍ਹਾਂ ਦੇ ਨਾਲ ਕਮਜ਼ੋਰ ਪੈ ਜਾਂਦਾ ਹੈ। ਪਰ ਵਾਹਿਗੁਰੂ ਦੇ ਨਾਮ ਦੀ ਮਸਤੀ ਦੇ ਨਾਲ ਸਰੀਰ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨ ਦਿਨ ਜਾਈ। ਲੋ ਭਗਤ ਜੀ ਕਹਿੰਦੇ ਨੇ ਵੀ ਜਦੋਂ ਕੋਈ ਮਨੁੱਖ 10ਵੇਂ ਦੁਆਰ ਦੀ ਭੱਠੀ ਵਿੱਚੋਂ ਨਾਮ ਅੰਮ੍ਰਿਤ ਦੀ ਵਰਖਾ ਦਾ ਆਨੰਦ ਮਾਣਦਾ ਹੈ ਤੇ ਫਿਰ ਸ਼ਾਂਤੀ ਰੂਪੀ ਕਲਾਲਨ ਕਹਿੰਦੇ ਨੇ ਜਿਹੜੀ ਸ਼ਰਾਬ ਦਾ ਪਿਆਲਾ ਦੇਣ ਵਾਲੀ, ਇਹ ਜਿਹੜੀ ਸਹਿਜ ਆਤਮਕ ਅਡੋਲ ਅਵਸਥਾ ਹੈ, ਇਹ ਮਾਨੋ ਕਲਾਲਨ, ਇਹ ਉਹ ਸ਼ਰਾਬ ਪਿਉਣ ਵਾਲੀ ਹੈ। ਸਹਿਜ ਕਲਾਲਨ ਜੋ ਮਿਲ ਆਈ, ਵੀ ਜਦੋਂ ਆਤਮਕ ਅਡੋਲ ਅਵਸਥਾ ਰੂਪੀ ਕਲਾਲਨ ਸ਼ਰਾਬ ਪਿਉਣ ਵਾਲੀ, ਨਾਮ ਰਸ ਦੀ ਮਦਰਾ ਪਿਉਣ ਵਾਲੀ ਐਸੀ ਅਵਸਥਾ ਆ ਕੇ ਸਾਨੂੰ ਮਿਲ ਆਈ, ਆ ਕੇ ਪ੍ਰਾਪਤ ਹੋਈ। ਆਨੰਦ ਮਾਤੇ ਅਨੰਦਨ ਜਾਈ। ਹੁਣ ਤੇ ਆਨੰਦ ਵਿੱਚ ਮਸਤ ਹੋਇਆ, ਆਤਮਕ ਆਨੰਦ ਦੇ ਵਿੱਚ ਮਸਤ ਹੋਇਆ ਅਨੰਦਨ ਜਾਈ। ਸਾਡਾ ਤੇ ਰਾਤ ਦਿਨ ਲੰਘ ਰਿਹਾ ਹੈ, ਹੁਣ ਤੇ ਲਹਿਰਾਂ ਬਹਿਰਾਂ ਰਹਿੰਦੀਆਂ ਨੇ। ਭਾਵ ਜਦੋਂ ਆਤਮਕ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਇਹ ਉਸ ਨਾਮ ਦੇ ਆਤਮਕ ਆਨੰਦ ਨੂੰ ਪ੍ਰਾਪਤ ਕਰਨ ਵਾਲੀ ਇਹ ਕਲਾਲਨ ਹੈ। ਸਹਿਜ ਕਲਾਲਨ ਜੋ ਮਿਲ ਆਏ, ਜਦੋਂ ਆਤਮਕ ਸ਼ਾਂਤੀ ਰੂਪੀ ਕਲਾਲਨ ਆ ਕੇ ਮਿਲੀ ਤੇ ਹੁਣ ਤੇ ਆਨੰਦ ਵਿੱਚ ਖੀਵੇ ਹੋਇਆਂ ਸਾਡਾ ਦਿਨ ਰਾਤ ਲੰਘ ਰਿਹਾ ਹੈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਾਉ ਅਨ ਪਾਉ ਪਾਇਆ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਚੀਨਤ ਚੀਤ ਨਿਰੰਜਨ ਲਾਇਆ। ਚੀਨਨ ਦਾ ਅਰਥ ਹੈ ਵੀ ਚਿੰਤਨ ਕਰਦਿਆਂ ਕਰਦਿਆਂ, ਅਥਵਾ ਚੀਨਨ ਦਾ ਅਰਥ ਹੈ ਵਾਹਿਗੁਰੂ ਦੀ ਜਿਹੜੀ ਡੂੰਘੀ ਜਾਣ ਪਛਾਣ ਹਾਸਲ ਕਰਦਿਆਂ ਹੋਇਆਂ ਅਸੀਂ ਆਪਣੇ ਚਿੱਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਲਿਆ। ਕਹੋ ਕਬੀਰ ਤੋਂ ਅਨਭਉ ਪਾਇਆ, ਤਾਂ ਭਗਤ ਕਬੀਰ ਜੀ ਕਹਿੰਦੇ ਨੇ ਤੇ ਅਸੀਂ ਹੁਣ ਉਸ ਅਨਭਉ ਦਾ ਅਰਥ ਹੈ ਗਿਆਨ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ ਹੈ। ਤੇ ਦੂਸਰਾ ਅਨਭਉ ਦਾ ਅਰਥ ਹੈ ਵੀ ਭੈ ਤੋਂ ਰਹਿਤ ਜੋ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ। ਕਹੋ ਕਬੀਰ ਤੋਂ ਅਨਭਉ ਪਾਇਆ। ਕਬੀਰ ਭਗਤ ਜੀ ਕਹਿੰਦੇ ਨੇ ਕਿ ਅਸੀਂ ਉਸ ਅਨਭਵ ਸਰੂਪ ਭੈ ਤੋਂ ਰਹਿਤ ਅਥਵਾ ਉਸ ਅਨਭਵ ਗਿਆਨ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ ਹੈ। ਸੋ ਭਗਤ ਜੀ ਨੇ ਇਸ ਸ਼ਬਦ ਦੇ ਅੰਦਰ ਜਿਹੜੇ ਲੋਕ ਝੂਠੀ ਮਦਰਾ ਪੀ ਕੇ ਤੇ ਫਿਰ ਉਹ ਕਹਿੰਦੇ ਸਨ ਵੀ ਹੁਣ ਸਮਾਧੀ ਬੜੀ ਲੱਗਦੀ ਹੈ, ਉਸ ਝੂਠੀ ਸ਼ਰਾਬ ਦਾ ਖੰਡਨ ਕੀਤਾ ਤੇ ਉਹਦੇ ਮੁਕਾਬਲੇ ਤੇ ਭਗਤ ਜੀ ਨੇ
ਪੀਵਤ ਰਾਮ ਰਸ ਗਿਆਨ ਵਿਚਾਰਾ, ਵਾਹਿਗੁਰੂ ਦੇ ਨਾਮ ਰਸ ਦਾ ਜ਼ਿਕਰ ਕੀਤਾ ਹੈ ਤੇ ਨਾਲ ਗਿਆਨ ਦੀ ਵਿਚਾਰ ਵੀ ਕਰਨ ਦੇ ਲਈ ਪ੍ਰੇਰਣਾ ਦਿੱਤੀ ਹੈ। ਤੇ ਫਿਰ ਨਾਲ ਹੀ ਭਗਤ ਜੀ ਨੇ ਆਖਿਆ ਤੁਸੀਂ ਬਾਹਰਲੀ ਸ਼ਰਾਬ ਕੱਢ ਦਿਓ ਤੇ ਉਹ ਸ਼ਰਾਬ ਤਾਂ ਤੁਹਾਡੇ ਅੰਦਰ ਹੀ ਹੈ। ਗਗਨ ਰਸਾਲ ਚੂਹੈ ਮੇਰੀ ਪਾਠੀ, ਇਹ 10ਵੇਂ ਦੁਆਰ ਦੀ ਭੱਠੀ ਵਿੱਚੋਂ ਇੱਕ ਅੰਮ੍ਰਿਤ ਚੋਰਿਆ ਹੈ, ਨਾਮ ਦਾ ਅੰਮ੍ਰਿਤ ਰਸ ਚੋਰਿਆ ਹੈ। ਸੰਚ ਮਹਾਰਸ, ਅਸੀਂ ਉਸ ਮਹਾਰਸ ਨਾਮ ਦੇ ਪਰਮ ਰਸ ਨੂੰ ਇਕੱਤਰ ਕਰਦੇ ਰਹਿੰਦੇ ਹਾਂ ਤੇ ਜਿਨ੍ਹਾਂ ਨੂੰ ਉਹ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਹਮੇਸ਼ਾ ਲਈ ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ਿਆ ਹੈ। ਆਪਾਂ ਇਸ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਚੀਨਤ ਚੀਤ ਨਰੰਜਨ ਲਾਇਆ, ਕਹੋ ਕਬੀਰ ਤਾਉ ਅਨਭਉ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।